ਉਹਨਾਂ ਦੇ ਬਾਰੇ ਚ ਕੀ ਖਰਚਾ ਨਹੀਂ ਜੀ, ਖਾਦ ਨਹੀਂ ਪਾ ਰਹੇ ਅਸੀਂ ਕਿਤੇ ਫਿਰ ਆਰਗੈਨਿਕ ਤਰੀਕੇ ਨਾਲ ਅਸੀਂ ਜਿਹੜਾ ਨਾ ਬੈਕਟੀਰੀਆ ਡੀ ਵੇਸਟਿੰਗ ਕੰਪਾਊਂਡਰ ਨਾਲ ਬੈਕਟੀਰੀਆ ਬਣਾਈਦਾ, ਉਹ ਫਲੱਡ ਕਰੀਦਾ ਪਾਣੀ ਦੇ ਵਿੱਚ, ਉਹ ਗਡੋਇਆ ਵਗੈਰਾ ਪੈਦਾ ਕਰਦਾ ਹੈ ਔਰ ਕੈਮੀਕਲ ਜਿਹੜਾ ਹੈ ਜ਼ਮੀਨ ਨੂੰ ਨਰਮ ਕਰਦਾ ਹੈ, ਜ਼ਮੀਨ ਨੂੰ ਉਹ ਫਾਸਫੋਰਸ ਤੇ ਨਾਈਟ੍ਰੋਜਨ ਉਹ। अस्सलाम वालेकुम नाज़रीन, मैं ਤੁਹਾਡਾ ਹੋਸਟ ਅਖਤਰ ਚੌਧਰੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਤੇ ਨਾਜ਼ਰੀਨ, ਅੱਜ ਅਸੀਂ ਮੌਜੂਦ ਆ ਚੱਕ ਨੰਬਰ 4 1RA ਦੇ ਵਿੱਚ ਤੇ ਅਸੀਂ ਅੱਜ ਸਪੈਸ਼ਲ ਆਏ ਆ ਰਾਣਾ ਅਰਸ਼ਦ ਸਾਹਿਬ ਦੇ ਕੋਲ। ਤੇ ਤੁਹਾਨੂੰ ਅਸੀਂ ਅੱਜ ਰਾਣਾ ਅਰਸ਼ਦ ਸਾਹਿਬ ਦੇ ਜਿਹੜੇ ਜਦੀਦ ਐਗਰੀਕਲਚਰ ਦੇ ਤਰੀਕੇ ਨੇ, ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੀ ਜਿਹੜੀ 70% ਆਬਾਦੀ ਹੈ ਉਹ ਜ਼ਰਾਅਤ ਦੇ ਨਾਲ ਮੁਨਸਲਿਕ ਹੈ ਤੇ ਜ਼ਰਾਅਤ ਸਾਡੇ ਮੁਲਕ ਦੀ ਮਈਸ਼ਤ ਦੇ ਵਿੱਚ ਰੀੜ੍ਹ ਦੀ ਹੱਡੀ ਦੀ ਹੈਸੀਅਤ ਰੱਖਦੀ ਹੈ। ਤੇ ਜਿਸ ਤਰ੍ਹਾਂ ਵਕਤ ਜਦੀਦ ਹੁੰਦਾ ਜਾ ਰਿਹਾ, ਉਸ ਤਰੀਕੇ ਨਾਲ ਨਵੇਂ ਬੀ ਆ ਰਹੇ ਨੇ ਤੇ ਨਵੀਆਂ ਫਸਲਾਂ ਉਗਾਉਣ ਦੀਆਂ ਟੈਕਨੀਕਸ ਵੀ ਆ ਰਹੀਆਂ ਨੇ। ਤੇ ਰਾਣਾ ਸਾਹਿਬ ਨੇ ਇੱਥੇ ਬੜੀਆਂ ਸੋਹਣੀਆਂ ਜਦੀਦ ਟੈਕਨੀਕਸ, ਦੇਖੋ ਕਮਾਲ ਕਿੱਡੇ ਅੱਛੇ ਤਰੀਕੇ ਨਾਲ ਲਾਇਆ ਹੈ। ਇਹ ਨਵੇਂ ਤਰੀਕੇ ਇਹਨਾਂ ਨੇ ਇੱਥੇ ਲਾਏ ਨੇ, ਨਵੇਂ ਤਰੀਕਿਆਂ ਨੂੰ ਇਸਤੇਮਾਲ ਕਰ ਰਹੇ ਨੇ ਔਰ ਕਾਫੀ ਸਾਰੀਆਂ ਚੀਜ਼ਾਂ ਬਹੁਤ ਅੱਛਾ ਫਾਇਦਾ ਵੀ ਹੋ ਰਿਹਾ ਹੈ। ਤੇ ਅਸੀਂ ਇਹ ਅੱਜ ਸਪੈਸ਼ਲ ਇਸੇ ਕਰਕੇ ਰਾਣਾ ਸਾਹਿਬ ਕੋਲ ਆਏ ਆ ਤਾਂ ਕਿ ਤੁਹਾਨੂੰ ਇਹ ਨਵੀਆਂ ਟੈਕਨੀਕਸ ਔਰ ਰਾਣਾ ਸਾਹਿਬ ਦੇ ਤਜਰਬੇ ਤੋਂ ਜਿਹੜਾ ਨਾ ਫਾਇਦਾ ਹਾਸਲ ਹੋ ਸਕੇ। ਤਾਂ ਆਪਾਂ ਉਹਨਾਂ ਨਾਲ ਹੁਣ ਕਰਨੇ ਅੱਗੇ ਗੱਲਾਂ ਕਿ ਉਹਨਾਂ ਨੇ ਇਹ ਸਭ। ਅਸਲਾਮ ਵਾਲੇਕੁਮ ਜੀ ਰਾਣਾ ਸਾਹਿਬ। ਜੀ ਵਾਲੇਕੁਮ। ਰਾਣਾ ਸਾਹਿਬ, ਇਹ ਤੁਸੀਂ ਕਮਾਦ ਲਾਇਆ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਬੜਾ ਖੁੱਲਾ ਕਮਾਦ ਲਾਇਆ ਤੇ ਤੁਸੀਂ ਇਹਨਾਂ ਦੇ ਇਹ ਗੱਠੇ ਜਿਹੜੇ ਨੇ ਇਹ ਬੰਨੇ ਹੋਏ ਨੇ ਕਮਾਦ ਦੇ, ਇਹ ਤੁਸੀਂ ਕੀ ਸੋਚ ਕੇ ਐਡਾ ਖੁੱਲਾ ਕਮਾਦ ਲਾਇਆ ਤੇ ਇਹ ਕੀ ਤੁਹਾਡੀ ਸਾਇੰਸ ਹੈਗੀ ਹੈ ਜਨਾਬ? ਸਾਇੰਸ ਸਾਡੀ ਨਹੀਂ ਜੀ, ਇੰਡੀਆ ਤੇ ਚਾਈਨਾ ਦੀ ਸਾਇੰਸ ਹੈ। YouTube ਤੇ ਚਾਈਨਾ ਦੇ ਜਿਹੜੇ ਦੇਖਦੇ ਸੀ ਉਹ ਕਮਾਦ ਇਸ ਤਰੀਕੇ ਨਾਲ ਲੱਗਾ, ਵਿੱਚ ਹਲਦੀ ਲੱਗੀ, ਵਿੱਚ ਉਹਨਾਂ ਨੇ ਸੋਇਆਬੀਨ ਲਾਈ, ਯਾਨੀ ਕਿ ਬਹੁਤ ਚੀਜ਼ਾਂ ਉਹਨਾਂ ਨੇ ਇਹਦੇ ਵਿੱਚ ਲਾਈਆਂ ਹੋਈਆਂ ਨੇ। ਅੱਛਾ ਜੀ। ਤੇ ਉਹਨੂੰ ਦੇਖਦੇ ਆ ਅਸੀਂ ਵੀ ਫਿਰ ਕੋਸ਼ਿਸ਼ ਕੀਤੀ ਕਿ ਵੀ ਅਸੀਂ ਵੀ ਇਹਨੂੰ ਇਸੇ ਤਰੀਕੇ ਨਾਲ ਲਾਈਏ ਕਿ ਜਿਹੜਾ ਅਸੀਂ ਵੀ ਉਹਨਾਂ ਦੀ ਜਿੰਨੀ ਪੈਦਾਵਾਰ ਔਰ ਉਹਨਾਂ ਜਿੰਨੀ ਆਮਦਨ ਪਰ ਏਕੜ ਕੱਢ ਸਕੀਏ। ਤੇ ਅਸੀਂ ਕਮਾਦ ਫਿਰ ਲਾਇਆ ਜੀ ਖੁੱਲਾ ਕਰਕੇ, ਤੇ ਵਿੱਚ ਟਰੈਕਟਰ ਦੀ ਇੱਕ ਵਾਹ ਛੱਡੀ ਕਿ ਜਿਹਦੇ ਨਾਲ ਟਰੈਕਟਰ ਵਾਹ ਦਿੰਦਾ, ਜਦੋਂ ਮਰਜ਼ੀ ਵਾਹ ਲਓ, ਹੁਣ ਵਾਹ ਲਓ, ਜਦੋਂ ਮਰਜ਼ੀ ਵਾਹ ਲਓ ਇਹਨੂੰ। ਤੇ ਗੰਨੇ ਤੁਸੀਂ ਦੇਖੋ ਕਿ ਜਿਹੜੇ ਲੋਕਾਂ ਨੇ ਲਾਏ ਨੇ, ਜਿਵੇਂ ਕਮਾਦ ਲਾਉਂਦੇ ਨੇ, ਉਹ ਗੰਨੇ ਦੇਖੋ ਤੇ ਇਹ ਗੰਨਿਆਂ ਦੀ ਪੈਦਾਵਾਰ ਦੇਖੋ, ਗੰਨਿਆਂ ਦੀ ਮੋਟਾਈ ਦੇਖੋ, ਗੰਨਿਆਂ ਦਾ ਸਾਈਜ਼ ਦੇਖੋ, ਯਾਨੀ ਕਿ 35 40 45 40 45 50 ਦੇ ਕਰੀਬ ਗੰਨੇ ਇੱਕ ਗੁੱਛੇ ਦੇ ਵਿੱਚ ਖੱਡੇ 'ਚ ਹੈ। ਤੇ ਅਸੀਂ ਫਿਰ ਇਹ ਮੁੰਗਰੇ ਲਾਏ ਨੇ ਜੀ, ਵਿੱਚ ਮੁੰਗਰੇ ਬੜੇ ਬਿਹਤਰੀਨ ਜਿਹੜੇ ਨੇ ਦੇ ਰਹੇ ਨੇ ਜੀ ਔਸਤ ਆਪਣੀ। ਇਹ ਮੁੰਗਰੇ ਦੇ ਰਹੇ ਨੇ ਤਕਰੀਬਨ ਇਹਨਾਂ ਨੇ ਜੀ 1.25 ਲੱਖ ਰੁਪਈਆ ਅਸੀਂ ਲੈ ਚੁੱਕੇ ਇਹਨਾਂ ਤੋਂ, ਤੇ ਕੁਝ 1.25 ਲੱਖ ਦੀ ਹੋਰ ਉਮੀਦ ਹੈ। ਫਿਰ ਅਸੀਂ ਇਹਨੂੰ ਵਾਹ ਕੇ ਤੇ ਅਸੀਂ ਇੱਥੇ ਗੰਢੇ ਤੇ ਮਿਰਚਾਂ ਲਾਵਾਂਗੇ। ਅੱਛਾ, ਮਤਲਬ ਕਿ ਇੱਕ ਕਿੱਲੇ ਦੇ ਵਿੱਚੋਂ? ਹਾਂਜੀ, ਮਾਸ਼ਾਅੱਲਾ, ਕੀ ਬਾਤ। ਤੇ ਨਾਜ਼ਰੀਨ, ਤੁਸੀਂ ਆਪਾਂ ਤੇ ਇਹ ਗੱਲ ਸੋਚੀ ਨਹੀਂ ਹੋਣੀ ਕਿ ਇੰਨਾ ਫਾਇਦਾ ਵੀ ਹੋ ਸਕਦਾ। ਐਂਡ ਤੇ ਜਾ ਕੇ ਕਮਾਦ ਜ਼ਿਮੀਂਦਾਰ ਬੀਜਦਾ ਹੈ ਜੀ, ਚੌਥਾ ਕਮਾਦ ਬੀਜ ਕੇ ਬੈਠ ਜਾਂਦਾ ਹੈ। ਤੇ ਨਾ ਇੰਨੇ ਜ਼ਿਮੀਂਦਾਰ ਕੋ ਅਖਰਾਜਾਤ ਨੇ ਜਿੰਨੀ ਮਹਿੰਗਾਈ ਹੋ ਚੁੱਕੀ, ਔਰ ਕਮਾਦ ਲਾਜ਼ਮੀ ਵੀ ਹੈ ਫਸਲ, ਕਿਉਂਕਿ ਪੈਸੇ ਅੱਛੇ ਖਾਸੇ ਦਿੰਦੀ ਕਮਾਦ। ਤੇ ਕਮਾਦ ਅਸੀਂ ਐਂਡ ਤੇ ਜਾ ਕੇ ਲਵਾਂਗੇ, ਲੇਕਿਨ ਸਾਥ ਸਾਡੇ ਜਿਹੜਾ ਨਾ ਅਸੀਂ ਪਿੰਡੀ ਲਾਈ ਸੀ 7 ਕਨਾਲਾਂ ਦੇ ਵਿੱਚ, ਤਕਰੀਬਨ ਪੂਰਾ ਏਕੜ ਨਹੀਂ ਸੀ, ਉਹ 2.25 ਲੱਖ ਦੀ ਸਾਡੀ ਪਿੰਡੀ ਹੋ ਗਈ ਮਾਸ਼ਾਅੱਲਾ। ਤੇ ਕਮਾਦ ਅਜੇ ਸਾਡਾ ਖੜਾ ਹੈ। ਕੀ ਬਾਤ। ਕਮਾਦ ਅਸੀਂ ਐਂਡ ਤੇ ਜਾ ਕੇ ਇਹਨੂੰ। ਤੇ ਰਾਣਾ ਸਾਹਿਬ, ਤੁਸੀਂ ਮਤਲਬ ਇੰਨਾ ਜਦੀਦ ਕੰਮ ਕਰ ਰਹੇ ਜੇ ਤੇ ਤੁਸੀਂ ਜਦੀਦ ਖਾਦਾਂ ਜਿਹੜੀਆਂ ਇਸਤੇਮਾਲ ਕਰਦੇ ਨੇ ਉਹਨਾਂ ਦੇ ਬਾਰੇ ਚ ਕੀ? ਖਰਚਾ ਨਹੀਂ ਜੀ, ਖਾਦ ਨਹੀਂ ਪਾ ਰਹੇ ਅਸੀਂ। ਕਿਤੇ ਫਿਰ ਕੀ ਕਰਦੇ ਜੀ? ਅਸੀਂ ਜੀ ਐਡੀਆਂ ਸੋਹਣੀਆਂ ਕਾਲੀਆਂ ਫਸਲਾਂ ਆਰਗੈਨਿਕ ਤਰੀਕੇ ਨਾਲ ਅਸੀਂ ਜਿਹੜਾ ਨਾ ਬੈਕਟੀਰੀਆ ਡੀ ਵੇਸਟਿੰਗ ਕੰਪਾਊਂਡਰ ਨਾਲ ਬੈਕਟੀਰੀਆ ਬਣਾਈਦਾ, ਉਹ ਫਲੱਡ ਕਰੀਦਾ ਪਾਣੀ ਦੇ ਵਿੱਚ, ਉਹ ਗਡੋਇਆ ਵਗੈਰਾ ਪੈਦਾ ਕਰਦਾ ਹੈ ਔਰ ਕੈਮੀਕਲ ਜਿਹੜਾ ਹੈ ਜ਼ਮੀਨ ਨੂੰ ਨਰਮ ਕਰਦਾ ਹੈ, ਜ਼ਮੀਨ ਨੂੰ ਉਹ ਫਾਸਫੋਰਸ ਤੇ ਨਾਈਟ੍ਰੋਜਨ ਉਹ ਮੁਹੱਈਆ ਕਰਦਾ ਹੈ ਕਿਆ ਜ਼ਮੀਨ ਦੇ ਵਿੱਚ। ਤੇ ਰਾਣਾ ਸਾਹਿਬ, ਉਹ ਇਹ ਤਕਰੀਬਨ 1 ਕਿੱਲੇ ਦੀ ਕਿੰਨਾ ਕੁ ਖਰਚਾ ਹੈ ਉਹ ਜਿਹੜਾ ਤੁਹਾਡੇ ਤੁਸੀਂ ਕਹਿੰਦੇ ਆਰਗੈਨਿਕ ਜਿਹੜਾ? ਨਹੀਂ, ਉਹ ਤਾਂ ਫ੍ਰੀ ਹੈ ਨਾ ਜੀ, ਉਹ ਤੇ ਦਹੀਂ ਦਾ ਹਿਸਾਬ ਹੈ ਕਿ ਲੱਸੀ ਦੀ ਜਾਗ ਹੈ, ਇਧਰੋਂ ਮੈਨੂੰ ਦੇ ਦੇ, ਉਧਰੋਂ ਉਹਨੂੰ ਦੇ ਦੇ, ਉਧਰੋਂ ਉਹਨੂੰ ਦੇ ਦੇ, ਉਹ ਫ੍ਰੀ ਦਾ, ਉਹਦੇ ਤੇ ਕੋਈ ਕਾਸਟ। ਤੇ ਜਿਹੜੇ ਜ਼ਿਮੀਂਦਾਰ ਨੇ DAP ਖਾਦਾਂ ਤੇ ਯੂਰੀਆ ਖਾਦਾਂ ਪਾਉਂਦੇ ਨੇ, ਫਾਸਫੋਰਸ ਨਾਈਟ੍ਰੋਜਨ ਵਾਲੀਆਂ ਜੀ, ਲੇਕਿਨ ਦੇਖੋ ਕਿ ਯੂਰੀਆ ਤੇ ਚਲੋ ਅਫੋਰਡੇਬਲ ਹੈ, ਲੇਕਿਨ DAP ਤੇ ਅਫੋਰਡੇਬਲ ਹੀ ਨਹੀਂ ਨਾ ਹੈ ਕਿ ਬੰਦਾ ਪਾ ਲਵੇ। 10,000 ਦੀ 9,000 ਦੀ ਬੋਰੀ ਹੋ ਗਈ।
ਤੇ ਉਹ ਕਿੱਥੋਂ ਪਾਏਗਾ? ਇੱਕ ਬੋਰੀ ਪਾ ਲਏਗਾ 10,000 ਦੀ, ਗਰੀਬ ਬੰਦਾ 10,000 ਨਾਲ ਉਹ ਬਿਜਲੀ ਦਾ ਬਿੱਲ ਦੇਵੇ ਜਾਂ ਉਹ ਖਾਵੇ ਜਾਂ ਬੱਚੇ ਪਾਲੇ, ਕੀ ਕਰੇ? ਅਸੀਂ ਤੇ ਇਸ ਤਰੀਕੇ ਨੂੰ ਜਿਹੜਾ ਨਾ ਉਹ ਮੱਦੇਨਜ਼ਰ ਰੱਖ ਕੇ, ਲੇਕਿਨ ਸਾਡੀ ਪਹਿਲਾ ਇਹ ਹੈ, ਪਹਿਲੀ ਦਫਾ ਅਸੀਂ ਲਾਇਆ। ਅੱਛਾ, ਯਾਨੀ ਕਿ ਪਹਿਲੀ ਦਫਾ ਤਜਰਬਾ ਕਰ ਰਹੇ ਲਾਇਆ, ਲੇਕਿਨ ਬਹੁਤ ਅੱਛਾ ਰਿਹਾ ਹੈ ਜੀ, ਬਹੁਤ ਅੱਛਾ ਰਿਹਾ। ਬਾਕੀ ਫਸਲਾਂ ਵੀ ਅਸੀਂ ਨਾਲ ਲੈ ਰਹੇ। ਲੋਕਾਂ ਨੇ ਮੂੰਗਰੇ ਲਾਏ ਨੇ ਜਗ੍ਹਾ ਛੱਡ ਕੇ, ਉਸੇ ਤਰ੍ਹਾਂ ਹੀ ਅਸੀਂ ਮੂੰਗਰੇ ਲਾਏ ਨੇ। ਜਿਹੜੀ ਵਿੱਚ ਜਗ੍ਹਾ ਹੈ ਉਹਦੇ ਚ ਕਮਾਦ ਲੱਗੀ ਹੋਈ। ਕੀ ਬਾਤ। ਕਮਾਦ ਦੇ ਗੰਨੇ ਵੀ ਸਾਡੇ ਐਨ ਬਿਹਤਰੀਨ ਸਾਫ ਸੁਥਰੇ। ਤੇ ਰਾਣਾ ਸਾਹਿਬ, ਇਹ ਪਰਲੀ ਸਾਈਡ ਤੇ ਜਿਹੜੀ ਤੁਸੀਂ ਲਾਈ ਹੈ, ਇਹ ਕੀ ਚੀਜ਼ ਲਾਈ ਹੈ? ਕੀ ਖੜਾ ਹੈ ਇੱਥੇ? ਤੁਸੀਂ ਆ ਪਰਾਲੀ ਪਾਈ ਹੋਈ ਹੈ। ਇਹ ਜੀ ਅਸੀਂ ਲਾਇਆ ਹੈ ਜੀ, ਆਲੂ ਲਾਏ ਨੇ ਨਵੇਂ ਤਰੀਕੇ ਨਾਲ। ਅੱਛਾ, ਇਹ ਤੁਸੀਂ ਆਲੂ ਲਾਏ ਹੋਏ ਨੇ? ਹਾਂਜੀ, ਇਹ ਆਲੂ ਲਾਏ ਨੇ। ਇਹ ਆਲੂ ਇਹ ਛੋਟੇ ਛੋਟੇ ਨਿਕਲੇ ਵੀ ਹੋਏ ਨੇ ਇਹਨਾਂ ਦੇ ਕਈ। ਇਹ ਤੇ ਮਿੱਟੀ 'ਚ ਲੱਗ ਗਿਆ ਨਾ, ਉਹ ਮਿੱਟੀ ਦੇ ਉੱਤੇ ਪਏ ਹੋਏ ਨੇ। ਅੱਛਾ, ਯਾਨੀ ਕਿ ਉੱਤੇ ਪਏ ਨੇ? ਹਾਂਜੀ, ਇਹ ਦੇਖੋ ਤੁਸੀਂ, ਮਿੱਟੀ ਦੇ ਉੱਤੇ ਪਏ ਹੋਏ ਨੇ। ਇਹ ਇੱਥੇ ਹੀ ਇਹਨਾਂ ਨੂੰ ਆਲੂ ਬਣ ਜਾਣੇ ਨੇ ਇਹਨਾਂ ਦੇ। ਇਹ ਦੇਖੋ ਇਹਨਾਂ ਦੀ ਪਤਾਨ ਦੇਖੋ, ਆਲੂ ਫੁੱਟ ਰਹੇ ਨੇ। ਠੀਕ ਹੈ, ਇਹ ਇੱਥੇ ਹੀ ਆਲੂ ਪੈ ਜਾਣੇ ਨੇ। ਇਹਨਾਂ ਤੇ ਕੋਈ ਖਰਚਾ ਨਹੀਂ, ਕੋਈ ਖਾਦ ਨਹੀਂ, ਕੋਈ ਸਪਰੇ ਨਹੀਂ, ਕੋਈ ਸ਼ੈ ਨਹੀਂ। ਕੀ ਬਾਤ। ਇਹ ਇਸੇ ਤਰ੍ਹਾਂ ਹੀ ਆਲੂ, ਇਹ ਵੀ ਅਸੀਂ ਤਜਰਬਾ ਕਰ ਰਹੇ ਹਾਂ। ਅੱਛਾ, ਇਹ ਵੀ ਤਜਰਬਾ ਕਰ ਰਹੇ? ਹਾਂਜੀ, ਨੈਕਸਟ ਟਾਈਮ ਫਿਰ ਆਲੂ ਲਾਵਾਂਗੇ ਪੂਰੇ ਖੇਤ ਦੇ ਵਿੱਚ ਜੀ। ਜੇ ਅਗਰ ਇਹ ਆਲੂ ਸਾਡੇ ਥੱਲੇ ਪੈ ਗਏ, ਆਲੂ ਨਿਕਲ ਆਏ, ਤੇ ਇੱਕ ਬੋਰੀ ਲਾਈ ਆਲੂਆਂ ਦੀ ਜੀ। ਇਹ ਵੀ ਤਜਰਬਾ ਕਰ ਰਹੇ ਹਾਂ। ਇੱਕ ਦੋ ਚੀਜ਼ਾਂ ਦਾ ਹੋਰ ਤਜਰਬਾ ਕਰ ਰਹੇ ਹਾਂ। ਪਿੱਛੇ ਜ਼ਮੀਨ ਅਸੀਂ ਤਿਆਰ ਕਰਕੇ ਨਾ, ਤੇ ਉਹਦੇ ਵਿੱਚ ਵੀ ਅਸੀਂ ਇਹੋ ਹੀ ਤਜਰਬਾ ਕਰ ਰਹੇ ਹਾਂ ਕਿ ਵੀ ਜਿੰਨਾ ਕਮ ਖਰਚ ਹੋ ਔਰ ਪੈਦਾਵਾਰ ਜ਼ਿਆਦਾ। ਦੇਖੋ ਨਾਜ਼ਰੀਨ ਕਿ ਰਾਣਾ ਸਾਹਿਬ ਨੇ ਕਮਾਦ ਲਾਇਆ। ਕਮਾਦ ਦੇ ਵਿੱਚ ਪਹਿਲਾਂ ਉਹਨਾਂ ਨੇ ਲਾਈ ਪਿੰਡੀ, ਪਿੰਡੀ ਤੋਂ ਬਾਅਦ ਉਹਨਾਂ ਨੇ ਇੱਥੇ ਵਿੱਚ ਮੂੰਗਰੇ ਲਾਏ ਨੇ, ਮੂੰਗਰਿਆਂ ਤੋਂ ਬਾਅਦ ਉਹਨਾਂ ਨੇ ਆਲੂ ਵੀ ਲਾਏ ਨੇ, ਤੇ ਮਜ਼ੀਦ ਜਗ੍ਹਾ ਖਾਲੀ ਛੱਡੀ। ਇੱਥੇ ਵੀ ਰਾਣਾ ਸਾਹਿਬ ਪਿਆਜ਼ ਔਰ ਮਿਰਚਾਂ ਲਾਣ। ਹਾਂ, ਮਿਰਚਾਂ ਔਰ ਪਿਆਜ਼ ਦਾ ਵੀ ਇਹਦੇ ਵਿੱਚ ਲਾਣਗੇ। ਔਰ ਕਮਾਦ ਜਿਹੜਾ ਹੈ ਉਹ ਇੰਨਾ ਮਤਲਬ ਖੁੱਲ੍ਹਾ ਹੈ ਔਰ ਇੰਨਾ ਉਹਦੇ ਗੁੱਛੇ ਵੱਡੇ ਨੇ ਕਿ ਉਹਦੇ ਵਿੱਚ ਜਿਹੜੀ ਕਿੱਲੇ ਦੀ ਪੈਦਾਵਾਰ ਹੈ ਉਹ ਬਿਲਕੁਲ ਵੀ ਮੁਤਾਸਰ ਹੋਣ ਦਾ ਖਤਰਾ ਨਹੀਂ ਹੈਗਾ, ਬਲਕਿ ਪੈਦਾਵਾਰ ਆਮ ਕਮਾਦ ਨਾਲੋਂ ਵੀ ਜ਼ਿਆਦਾ ਹੋਏਗੀ। ਔਰ ਉਹਦੇ ਨਾਲ ਨਾਲ 3-4 ਫਸਲਾਂ ਅਜ਼ਾਫੀ ਵੀ ਨਾਲ ਰਾਣਾ ਸਾਹਿਬ ਇੱਥੋਂ ਲੈ ਰਹੇ ਨੇ। ਦੇਖੋ ਆਓ ਜੀ, ਇੱਧਰ ਦਾ ਸਾਹਿਬ ਛੋਟਾ ਇਹ ਦੇਖੋ ਜੀ ਕਮਾਦ ਦੇ ਗੰਨੇ ਤੇ ਇਹਨਾਂ ਨੂੰ ਕਲੋਜ਼ ਕਰਕੇ ਦੇਖੋ ਗੰਨੇ, ਦੇਖੋ ਇਹਨਾਂ ਦੇ ਗੰਨੇ कैसे ਇਸ ਤਰੀਕੇ ਨਾਲ ਜ਼ਮੀਨ ਕਮਾਦ ਬੀਜੋ, ਵਿੱਚ ਘਾਸ ਬੂਟੀ ਜੇ ਉਹ ਸਭ ਕੁਝ ਹੋ ਜਾਂਦਾ ਹੈ। ਬੰਦਾ ਵਿੱਚ ਵੜ ਨਹੀਂ ਸਕਦਾ, ਇੰਨੀ ਉਹਦੇ ਚ ਜਿਹੜੀ ਨਾ ਉਹ ਡਰ ਲੱਗਦਾ ਦਿਨ ਦੇ ਟਾਈਮ। ਹਾਂਜੀ, ਤੇ ਇਹ ਤੁਸੀਂ ਕਮਾਦ ਵੀ ਦੇਖੋ ਜੀ, ਤੇ ਆਪਣਾ ਵਿੱਚ ਫਿਰ ਵੀ ਰਹੇ ਹੋ। ਤੇ ਗੰਨੇ ਚੈੱਕ ਕਰੋ, ਗੰਨਾ ਕਿੱਡਾ ਕਿੱਡਾ ਮੋਟਾ ਗੰਨਾ ਹੈ, ਪੂਰੀ ਮੁੱਠ ਭਰਦੀ ਪਈ। ਹਜੇ ਗੰਨੇ ਨੇ ਜਵਾਨ ਹੋਣਾ ਹੈ, ਟਾਈਮ ਹੈ ਜੇ ਇਹਦਾ 3-4 ਮਹੀਨੇ ਹਜੇ ਇਹਦਾ ਟਾਈਮ। ਯਾਨੀ ਕਿ ਲਾਵਾਂ ਕਮਾਦ ਲਾਵਾਂ। ਤੇ ਰਾਣਾ ਸਾਹਿਬ ਸਾਨੂੰ ਤੁਸੀਂ ਹੁਣ ਇਹ ਦੱਸੋ ਕਿ ਇੰਨੇ ਮਾਸ਼ਾਅੱਲਾ ਤੁਸੀਂ ਤਜਰਬੇ ਕਰ ਰਹੇ, ਤੁਸੀਂ ਖਾਦਾਂ ਵੀ ਨਹੀਂ ਪਾ ਰਹੇ, ਆਰਗੈਨਿਕ ਖਾਦਾਂ ਤੁਸੀਂ ਬਣਾ ਰਹੇ ਜੇ। ਜੀ ਜੀ। ਤੇ ਇਹ ਕਮਾਦ ਨੂੰ ਤੁਸੀਂ ਕਿੰਨੇ ਕੁ ਮਤਲਬ ਕਿ ਪਾਣੀ ਲਾਏ ਹੋਣੇ ਨੇ? ਪਾਣੀ ਬਚਾਉਣ ਦਾ ਕੀ ਫਾਰਮੂਲਾ ਤੁਸੀਂ ਲਾਇਆ ਹੋਣਾ? ਜਾਂ ਜੀ 22 ਮਿੰਟ ਕਿੱਲੇ ਦਾ ਪਾਣੀ ਹੈ, ਤੇ 5 ਕਿੱਲੇ ਰਕਬਾ ਹੋਏ ਨਾ ਜੀ, ਤੇ 1.5 ਤੋਂ 2 ਕਿੱਲੇ ਭਰਿਆ ਜਾਂਦਾ ਹੈ। ਤੇ ਇਹ ਅਸੀਂ 3.5 ਕਿੱਲੇ ਦਾ ਪਲਾਟ ਹੈ, ਤੇ ਇਹਦੇ ਜਿਹੜਾ ਇਹਦਾ ਟਾਈਮ ਹੈ ਨਾ, ਇਸ ਟਾਈਮ 'ਚ ਹੀ ਅਸੀਂ ਸਾਰੀਆਂ ਫਸਲਾਂ ਭਰ ਲੈਂਦੇ ਹਾਂ ਮਾਸ਼ਾਅੱਲਾ। ਤੇ ਇਹਨਾਂ ਪਾਣੀ ਕਿਵੇਂ ਪੂਰਾ ਆ ਜਾਂਦਾ ਜੀ? ਇਹ ਪਾਣੀ ਇਹਦਾ ਸਗੋਂ ਘੱਟ ਇਸਤੇਮਾਲ ਹੁੰਦਾ ਹੈ। ਅੱਛਾ ਜੀ, ਉਹ ਵੀ ਸਾਨੂੰ ਟੈਕਨੀਕ ਦੱਸੋ ਕਿ ਪਾਣੀ ਘੱਟ ਕਿਵੇਂ ਇਸਤੇਮਾਲ ਹੁੰਦਾ? ਬਣੀਆਂ ਨੇ ਜੀ, ਲਾਈਨਾਂ ਦੇ ਵਿੱਚ ਪਾਣੀ ਆਂਦਾ। ਹਾਂਜੀ, ਪਾਣੀ ਬਹੁਤ ਘੱਟ, ਇੱਕ ਪੂਰੀ ਜ਼ਮੀਨ ਤੇ ਪਾਣੀ ਚੱਲਣਾ ਹੈ, ਇੱਕ ਲਾਈਨ ਦੇ ਵਿੱਚ ਪਾਣੀ ਚੱਲਣਾ ਹੈ। ਹਾਂਜੀ, ਉਸ ਤੋਂ ਬਾਅਦ ਫਿਰ 12 ਫੁੱਟ ਤੋਂ ਬਾਅਦ ਲਾਈਨ 'ਚ ਪਾਣੀ ਚੱਲਣਾ ਹੈ। ਉਹ ਲਾਈਨਾਂ ਬਣੀਆਂ ਨੇ, ਲਾਈਨਾਂ ਦੇ ਵਿੱਚ ਹੀ ਕਮਾਦ ਹੈ, ਤੇ ਉਸ ਲਾਈਨਾਂ 'ਚ ਹੀ ਜਿਹੜਾ ਨਾ ਉਹ ਆਉਣਾ ਹੈ। ਇਹਦੇ 'ਚ ਅਸੀਂ ਡੀਵੇਸਟਿੰਗ ਕੰਪਾਊਂਡਰ ਫਲੱਡ ਕਰ ਦਿੰਨੇ। ਹਾਂਜੀ, ਕੁਛ ਅਸੀਂ ਆਰਗੇਨਿਕ ਕੂੜਾ ਕਰਕਟ ਉਹਦੇ ਵਿੱਚ ਥੈਲੇ 'ਚ ਬੰਨ ਕੇ, ਉਹ ਵੀ ਅਸੀਂ ਰੂੜੀ ਵਗੈਰਾ ਕੱਖ ਨਹੀਂ ਵਿੱਚ ਆਉਂਦੇ ਨੇ। ਹਾਂਜੀ, ਥੈਲੇ 'ਚ ਪਾ ਕੇ ਉਹ ਅਸੀਂ ਨੱਕੇ ਤੇ ਰੱਖਣਾ ਜਾਂ ਖਾਲੇ ਦੇ ਵਿੱਚ। ਉਹਨੇ ਖੁਰ ਕੇ ਅੱਗੇ ਆਈ ਜਾਣਾ, ਖੁਰ ਕੇ ਅੱਗੇ ਆਣਾ। ਜਿਹੜਾ ਘਾਸ ਫੂਸ ਉਹਦੇ 'ਚ ਬਚਦਾ ਹੈ ਉਹ ਅਸੀਂ ਉੱਥੇ ਜ਼ਾਇਆ ਕਰਦੇ। ਕੀ ਬਾਤ। ਤੇ ਨਾਜ਼ਰੀਨ ਮਤਲਬ ਦੇਖੋ ਕਿ ਕਮਾਦ ਦੇ ਵਿੱਚ ਇੱਕ ਅਗਰ 3 ਫਸਲਾਂ ਲੱਗੀਆਂ ਨੇ ਤੇ ਹਰ ਫਸਲ ਨੂੰ ਤੇ ਪਾਣੀ ਹਰ ਦਫਾ ਜ਼ਰੂਰੀ ਨਹੀਂ। ਕਈਆਂ ਫਸਲਾਂ ਨੂੰ ਇੱਕ ਦਫਾ ਲੱਗ ਜਾਂਦਾ, ਕਈਆਂ ਨੂੰ ਦੂਸਰੀ ਦਫਾ, ਤੇ ਪਾਣੀ ਦੀ ਵੀ ਬਹੁਤ ਜ਼ਿਆਦਾ ਬਚਤ ਕਰ ਰਹੇ ਨੇ। ਔਰ ਫਸਲਾਂ ਵੀ ਮਾਸ਼ਾਅੱਲਾ ਬਹੁਤ ਹੀ
ਅੱਛੇ ਤਰੀਕੇ ਨਾਲ ਲੈ ਰਹੇ ਨੇ। ਤੇ ਸਾਡਾ ਅੱਜ ਰਾਣਾ ਸਾਹਿਬ ਕੋਲੇ ਆਉਣ ਦਾ ਮਕਸਦ ਹੀ ਇਹ ਸੀ ਕਿ ਅਸੀਂ ਲੋਕਾਂ ਦੇ ਵਿੱਚ ਇਹ ਸ਼ਊਰ ਉਜਾਗਰ ਕਰੀਏ ਕਿ ਸਾਡਾ ਜ਼ਿਮੀਂਦਾਰ ਰਵਾਇਤੀ ਤਰੀਕਿਆਂ ਨਾਲ ਤੇ ਪੁਰਾਣਿਆਂ ਤਰੀਕਿਆਂ ਦੇ ਚੱਲਦਿਆਂ ਹੋਇਆਂ ਆਪਣਾ ਨੁਕਸਾਨ ਕਰਦਾ ਤੇ ਸਾਰਾ ਸਾਲ ਸਿਰ ਫੜ ਕੇ ਬੈਠਾ ਰਹਿੰਦਾ। ਇਹ ਰਾਣਾ ਸਾਹਿਬ ਵਰਗੇ ਤਰੀਕੇ ਜਿਹੜੇ ਨੇ ਇਹਨੂੰ ਇਸਤੇਮਾਲ ਕਰੇ, ਆਪਣੀ ਔਰ ਆਪਣੇ ਮੁਲਕ ਦੀ ਮੁਇਸ਼ਤ ਦੇ ਵਿੱਚ ਅਹਿਮ ਕਿਰਦਾਰ ਵੀ ਅਦਾ ਕਰੇ। ਤੇ ਰਾਣਾ ਸਾਹਿਬ ਤੁਸੀਂ ਕੀ ਸਾਨੂੰ ਹੁਣ ਇਹਦੇ ਬਾਰੇ ਚ ਮਸ਼ਵਰਾ ਦਿੰਦੇ ਜੋ ਕਿਸਾਨਾਂ ਨੂੰ ਕਿ ਕੀ ਕਰਨਾ ਚਾਹੀਦਾ? ਇੱਧਰ ਦੇਖੋ, ਅਸੀਂ ਇਹ ਲਾਮਾ ਕਮਾਦ ਲਾਇਆ, ਇਹ ਅਸੀਂ ਲਾਏ ਨੇ 6 ਤੋਂ 7 ਅੱਖਾਂ। ਹਾਂਜੀ, ਕੱਲੀ ਅੱਖ ਕੱਟ ਕੇ ਠੀਕ ਹੋ ਗਿਆ। ਪੂਰਾ ਗੁਣਾ ਜਿਹੜਾ ਲੰਬਾ ਲਾਉਂਦੇ ਨੇ ਉਹ ਨਹੀਂ, ਇੱਕ ਕੋਰੀ ਕੱਟ ਕੇ ਉਹਦੀ ਗੰਢ ਇੱਕ ਠੀਕ ਹੋ ਗਿਆ। ਉਹ ਅਸੀਂ 5 ਤੋਂ 6 ਲਾਈਆਂ ਨੇ ਤੇ ਇਹਦੀ ਫੋਟ ਚੈੱਕ ਕਰੋ, ਇਹਦੇ ਸ਼ਫੂਫੇ ਇੰਨੇ ਬਣੇ ਨੇ ਕਿ 35 40 50 ਗੰਨਾ ਇੱਕ ਤੋਂ ਬਣ ਗਏ ਮਾਸ਼ਾਅੱਲਾ। ਠੀਕ ਹੈ। ਅਸੀਂ ਹੁਣ ਫਿਰ ਅੱਗੇ ਆ ਦੇਖੋ ਜੀ, ਲਾਵਾ ਲਾਤਾ ਜੀ। ਅਸੀਂ ਕਮਾਦ ਲਾਣਾ ਜੀ ਖੜਾ, ਇਹ ਕਮਾਦ ਲਾਣਾ ਖੜਾ। ਹਾਂਜੀ, ਇਹਨੂੰ ਲਟਾਣਾ ਨਹੀਂ, ਠੀਕ ਹੋ ਗਿਆ। ਇਹ ਲਟਾ ਕੇ ਨਹੀਂ ਲਾਣਾ। ਅੱਛਾ, ਇਹਦੀ ਕੀ ਸਾਇੰਸ ਹੈ ਜੀ? ਇਹਦੇ ਨਾਲ ਸ਼ਫੂਫਾਬਾਜ਼ੀ ਜਿਹੜੀ ਇਹਦੀ ਸ਼ਗੂਫੇ, ਖੋਟ ਹੈ ਨਾ ਜੀ, ਹਾਂਜੀ। ਉਹ ਬਹੁਤ ਤੇਜ਼ੀ ਨਾਲ ਤੇ ਬਹੁਤ ਜ਼ਿਆਦਾ ਤੇ ਇੱਕੋ ਜੀ ਹੁੰਦੀ ਹੈ। ਕੀ ਬਾਤ। ਤੇ ਇਹ ਅਸੀਂ ਪੱਟ ਦੇਣਾ ਜੀ, ਹਾਂਜੀ, ਤੇ ਇਹ ਸਾਡਾ ਮਗਰ ਤਿਆਰ ਹੋ ਗਿਆ ਜੀ। ਇਹ ਅਸੀਂ ਲਾਵਾ ਖਤਮ, ਸਾਡਾ ਲਾਵਾ ਤਿਆਰ, ਠੀਕ ਹੋ ਗਿਆ। ਕੀ ਬਾਤ। ਉਸੇ ਖੇਲੀ ਚ। ਹਾਂਜੀ ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਸਾਰੇ ਅਸੀਂ ਵਿੱਚ ਲਾ ਦਿੱਤਾ। ਹਾਂਜੀ, ਇਹ ਦੇਖੋ ਸਾਰੇ ਲੱਗਾ ਪਿਆ ਸਮਾਨ, 4-4 ਪੋਰੀਆਂ, 4-4 ਗੰਡਾ। ਠੀਕ ਇਹਦੇ ਹੋ। ਨਾਲ 35-40 ਗੰਨੇ 4 ਪੋਰੀਆਂ ਤੇ ਬਣ ਰਹੇ ਤੇ ਕਿਆ ਬੀ ਦੀ ਵੀ ਇੰਨੀ ਬੱਚਤ ਹੈ। ਬੀ ਦੀ ਵੀ ਬੱਚਤ ਹੈ। ਜਿਹੜਾ ਬੀ ਇਹ 30-40 ਮਣ ਕਿੱਲੇ ਚ ਪਾਉਂਦੇ ਨੇ, ਹਾਂਜੀ, ਉਹ 2-3 ਮਣ ਨਾਲ ਜਿਹੜਾ ਨਾ ਉਹ ਕੰਮ ਚੱਲ ਜਾਂਦਾ। ਕੰਮ ਚੱਲਦਾ ਹੈ। ਕੀ ਬਾਤ। ਤੇ ਨਾਜ਼ਰੀਨ, ਤੁਸੀਂ ਵੇਖੇ ਰਾਣਾ ਸਾਹਿਬ ਦੇ ਇਹ ਖੂਬਸੂਰਤ ਜਜ਼ਬਾਤ ਔਰ ਐਡੀਆਂ ਸੋਹਣੀਆਂ ਸੋਹਣੀਆਂ ਗੱਲਾਂ। ਰਾਣਾ ਸਾਹਿਬ ਚਾਰਵਾਂ ਨਾਰ ਦੇ ਮਾਸ਼ਾਅੱਲਾ ਬਹੁਤ ਵੱਡੇ ਜ਼ਿਮੀਂਦਾਰ ਨੇ ਤੇ ਬੜੇ ਅੱਛੇ ਆਦਮੀ ਨੇ, ਤੇ ਉਹਨਾਂ ਦੇ ਖੂਬਸੂਰਤ ਜਜ਼ਬਾਤ ਵੀ ਅਸੀਂ ਤੁਹਾਨੂੰ ਵਿਖਾਏ ਅੱਜ। ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਪਸੰਦ ਆਈ ਹੋਏਗੀ, ਤੇ ਸਾਡੀਆਂ ਹੋਰ ਵੀ ਖੂਬਸੂਰਤ ਵੀਡੀਓਜ਼ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓਜ਼ ਨੂੰ ਲਾਈਕ ਕਰ ਲਓ। ਇਹਦੇ ਨਾਲ ਕਹਿਣ ਕਿ ਜੀ ਇੱਥੇ ਚੰਗੇ ਸੀ ਤੇ ਇੱਥੋਂ ਵੀਡੀਓ ਬਣਾ ਲਈ ਗਈ। ਤੇ ਤੁਸੀਂ ਇਹ ਦੇਖੋ ਕਿ ਜਿਹਦੇ ਕਤਾਰ 'ਚ ਵੀ ਜਾਓਗੇ, ਗੰਨੇ ਤੁਹਾਨੂੰ ਇੱਕੋ ਜਿਹੇ ਇੱਕ ਸਾਈਜ਼ ਦੇ ਤੇ ਸੋਹਣੇ ਗੰਨੇ ਤੇ ਬਰਾਬਰ ਮਿਲਣਗੇ। ਹਾਂਜੀ, ਇਹਦੇ ਨਾਲ ਪੈਦਾਵਾਰ ਵੀ ਜ਼ਿਆਦਾ, ਜਿਹੜੀ ਗੰਨੇ ਦੇ ਵਿੱਚ ਤਾਕਤ ਹੈ, ਗੰਨੇ ਨੂੰ ਹਵਾ ਲੱਗ ਰਹੀ, ਧੁੱਪ ਲੱਗ ਰਹੀ, ਤੇ ਉਹਦੇ ਨਾਲ ਗੰਨੇ ਦਾ ਜਿਹੜੀ ਪੈਦਾਵਾਰ ਜ਼ਿਆਦਾ ਵੱਧਦੀ ਹੈ। ਗੰਨਾ ਮੋਟਾ ਜ਼ਿਆਦਾ ਹੁੰਦਾ ਹੈ, ਗੰਨਾ ਦੇ ਵਿੱਚ ਮਿਠਾਸ ਜ਼ਿਆਦਾ ਹੁੰਦੀ ਹੈ। ਮਤਲਬ ਕਿ ਹਵਾ ਤੇ ਧੁੱਪ ਵੀ ਹਰ ਗੰਨੇ ਨੂੰ ਪਹੁੰਚਦੀ ਪਹੁੰਚਦੀ। ਕੀ ਬਾਤ। ਹਾਂਜੀ ਰਾਣਾ ਸਾਹਿਬ, ਬਹੁਤ ਸ਼ੁਕਰੀਆ। ਜੀ, ਅਸੀਂ ਤੁਹਾਡੀ ਮਹਿਮਾਨ ਨਵਾਜ਼ੀ ਤੇ ਬੜੇ ਖੁਸ਼ ਹਾਂ ਜਨਾਬ। ਬਹੁਤ ਸ਼ੁਕਰੀਆ ਜਨਾਬ ਦਾ, ਸਾਡੇ ਵਾਸਤੇ ਕੀਮਤੀ ਟਾਈਮ ਤੁਸੀਂ ਕੱਢਿਆ। ਜੀ।